ਮੇਰੀ ਆਪਣੀ ਪਤਨੀ ਦੇ ਨਾਲ ਲਵ ਮੈਰਿਜ ਹੋਈ ਸੀ। ਸਾਡਾ ਦੋਨਾਂ ਵਿੱਚ ਪਿਆਰ ਵੀ ਬਹੁਤ ਸੀ, ਪਰ ਜਦੋਂ ਤੋਂ ਅਸੀਂ ਨਵੇਂ ਮੁਹੱਲੇ ਵਿੱਚ ਆਏ ਸੀ, ਪਰੇਸ਼ਾਨੀਆਂ ਦੇ ਨਾਲ ਹੀ ਉਲਝ ਕੇ ਰਹਿ ਗਏ ਸੀ। ਅਸਲ ਵਿੱਚ ਮੇਰੀ ਪਤਨੀ ਕੁਝ ਮਾਡਰਨ ਫੈਮਿਲੀ ਤੋਂ ਤਾਲੁਕ ਰੱਖਦੀ ਸੀ। ਹਾਲਾਂਕਿ ਮੈਂ ਵੀ ਕੋਈ ਗਰੀਬ ਨਹੀਂ ਸੀ। ਮੇਰਾ ਆਪਣਾ ਇੱਕ ਵੱਡਾ ਘਰ ਸੀ, ਪੈਸੇ ਦੀ ਵੀ ਕੋਈ ਕਮੀ ਨਹੀਂ ਸੀ, ਪਰ ਮੇਰਾ ਘਰ ਪੁਰਾਣੇ ਮਹੱਲੇ ਵਿੱਚ ਪੁਰਾਣੀ ਤਰ੍ਹਾਂ ਬਣਿਆ ਹੋਇਆ ਸੀ। ਮੇਰੇ ਮਾਤਾ ਪਿਤਾ ਪੁਰਾਣੇ ਖਿਆਲਾਂ ਦੇ ਸੀ ਕਿ ਅਸੀਂ ਇੱਦਾਂ ਹੀ ਆਪਣਾ ਘਰ ਖੁੱਲ੍ਹਾ ਰੱਖਣਾ ਹੈ। ਖੁੱਲ੍ਹਾ ਵਿਹੜਾ ਹੈ, ਚੰਗੀ ਹਵਾ ਆਉਂਦੀ ਹੈ, ਪੁਰਾਣੀ ਮਹੱਲੇਦਾਰੀ ਹੈ। ਇਸੇ ਕਰਕੇ ਨਾ ਹੀ ਅਸੀਂ ਇਸ ਘਰ ਨੂੰ ਛੱਡਾਂਗੇ ਅਤੇ ਨਾ ਹੀ ਨਵੇਂ ਤਰੀਕੇ ਨਾਲ ਬਣਾਵਾਂਗੇ। ਪਹਿਲਾਂ ਤਾਂ ਮੈਨੂੰ ਇਸ ਗੱਲ ਤੋਂ ਕੋਈ ਇਤਰਾਜ਼ ਨਹੀਂ ਸੀ, ਪਰ ਜਦੋਂ ਮੇਰਾ ਵਿਆਹ ਪ੍ਰੀਤੀ ਦੇ ਨਾਲ ਹੋਇਆ ਤਾਂ ਘਰ ਆਉਂਦੇ ਹੀ ਉਸਨੇ 100 ਨੁਕਸ ਕੱਢਣੇ ਸ਼ੁਰੂ ਕਰ ਦਿੱਤੇ। ਕਹਿਣ ਲੱਗੀ ਕਿ ਮੈਨੂੰ ਇੱਦਾਂ ਦੇ ਘਰਾਂ ਵਿੱਚ ਰਹਿਣ ਦੀ ਆਦਤ ਨਹੀਂ ਹੈ, ਨਾ ਹੀ ਮੈਨੂੰ ਤੁਹਾਡੇ ਘਰ ਦਾ ਇਹ ਮਹੱਲਾ ਪਸੰਦ ਹੈ, ਜਿਸ ਨੂੰ ਦੇਖੋ ਮੂੰਹ ਚੁੱਕ ਕੇ ਅੰਦਰ ਆ ਜਾਂਦਾ ਹੈ। ਕੋਈ ਪ੍ਰਾਈਵੇਸੀ ਵੀ ਨਹੀਂ ਹੈ। ਹਾਲਾਂਕਿ ਮੈਂ ਪ੍ਰੀਤੀ ਦੇ ਕਮਰੇ 'ਚ ਏਸੀ ਤੱਕ ਲਗਵਾ ਦਿੱਤਾ ਸੀ। ਉਸ ਦਾ ਕਮਰਾ ਵੀ ਨਵੇਂ ਤਰੀਕੇ ਦੇ ਨਾਲ ਤਿਆਰ ਹੋਇਆ ਸੀ, ਪਰ ਫਿਰ ਵੀ ਉਸ ਨੂੰ ਬਹੁਤ ਮਸਲੇ ਸੀ। ਮੇਰੀ ਪ੍ਰੀਤੀ ਦੇ ਨਾਲ ਲਵ ਮੈਰਿਜ ਸੀ ਅਤੇ ਮੈਂ ਉਸ ਨੂੰ ਬੇਤਹਾਸ਼ਾ ਪਿਆਰ ਕਰਦਾ ਸੀ। ਇਸ ਕਰਕੇ ਉਸ ਦੀ ਜ਼ੁਬਾਨ ਤੋਂ ਨਿਕਲਣ ਵਾਲਾ ਹਰ ਲਫ਼ਜ਼ ਮੇਰੇ ਲਈ ਆਖਰੀ ਹੁੰਦਾ ਸੀ। ਮੈਂ ਉਸ ਦੀ ਹਰ ਫਰਮਾਇਸ਼ਾਂ ਨੂੰ ਪੂਰਾ ਕਰਦਾ ਸੀ। ਉਹ ਕਹਿਣ ਲੱਗੀ ਇਸ ਘਰ ਵਿੱਚ ਨਹੀਂ ਰਹਿ ਸਕਦੀ, ਕਿਉਂਕਿ ਇੱਥੇ ਮੈਂ ਆਪਣੇ ਦੋਸਤਾਂ ਨੂੰ ਨਹੀਂ ਬੁਲਾ ਸਕਦੀ। ਇੱਥੋਂ ਦੀਆਂ ਔਰਤਾਂ ਤਾਂ ਤੁਰੰਤ ਘਰ ਵਿੱਚ ਆ ਜਾਂਦੀਆਂ ਨੇ ਅਤੇ ਸਵਾਲ ਜਵਾਬ ਪੁੱਛਦੀਆਂ ਹਨ, ਅਜੀਬ ਨਜ਼ਰਾਂ ਨਾਲ ਦੇਖਦੀਆਂ ਹਨ, ਕਿਉਂਕਿ ਮੇਰੀਆਂ ਦੋਸਤਾਂ ਮਾਡਰਨ ਹਨ। ਉਹਨਾਂ ਦਾ ਪਹਿਰਾਵਾ ਵੀ ਉੱਦਾਂ ਦਾ ਹੈ ਅਤੇ ਇਸ ਮੁਹੱਲੇ ਦੀਆਂ ਔਰਤਾਂ ਨੁਕਸ ਕੱਢਦੀਆਂ ਹਨ। ਮੇਰੀ ਮਾਂ ਨੇ ਜਦੋਂ ਪ੍ਰੀਤੀ ਦੀ ਗੱਲ ਸੁਣੀ ਤਾਂ ਕਹਿਣ ਲੱਗੇ ਕਿ ਨਾ ਰਹੋ, ਅਸੀਂ ਨਾ ਤੇਰੀ ਖਾਤਰ ਘਰ ਬਦਲਾਂਗੇ ਅਤੇ ਨਾ ਹੀ ਆਪਣੇ ਤੌਰ ਤਰੀਕੇ, ਬਲਕਿ ਤੌਰ ਤਰੀਕੇ ਤਾਂ ਤੈਨੂੰ ਬਦਲਣੇ ਚਾਹੀਦੇ ਨੇ। ਮੇਰੇ ਨਾਲ ਨਾਰਾਜ਼ ਹੋ ਗਈ, ਕਹਿਣ ਲੱਗੀ ਕਿ ਮੈਂ ਇਸ ਤਰ੍ਹਾਂ ਦੇ ਮਾਹੌਲ ਵਿੱਚ ਨਹੀਂ ਰਹਿ ਸਕਦੀ, ਜਿੱਥੇ ਹਰ ਵਕਤ ਚਿਕ ਚਿਕ ਹੁੰਦੀ ਰਹੇ। ਤੇਰੀ ਮਾਂ ਕੀ ਘੱਟ ਸੀ ਮੇਰਾ ਦਿਮਾਗ ਚੱਟਣ ਦੇ ਲਈ। ਮਹੱਲੇ ਦੀਆਂ ਔਰਤਾਂ ਵੀ ਸ਼ੁਰੂ ਹੋ ਜਾਂਦੀਆਂ ਹਨ। ਮੈਂ ਤੈਨੂੰ ਵਿਆਹ ਤੋਂ ਪਹਿਲਾਂ ਹੀ ਕਹਿ ਚੁੱਕੀ ਸੀ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕਿਸੇ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕਰਾਂਗੀ। ਮੈਂ 10 ਵਜੇ ਉੱਠ ਕੇ ਬਾਹਰ ਆਉਂਦੀ ਹਾਂ ਤਾਂ ਮੁਹੱਲੇ ਦੀਆਂ ਔਰਤਾਂ ਬੈਠੀਆਂ ਹੁੰਦੀਆਂ ਹਨ ਤੇਰੀ ਮਾਂ ਦੇ ਨਾਲ। ਉਹ ਜਿੱਦਾਂ ਹੀ ਮੈਨੂੰ ਦੇਖਦੀਆਂ ਸਨ ਤੇ ਕਹਿੰਦੀਆਂ ਹਨ ਕਿ ਕੋਈ ਵਕਤ ਹੈ ਉੱਠਣ ਦਾ, ਅਸੀਂ ਤਾਂ ਆਪਣੇ ਘਰ ਦਾ ਸਾਰਾ ਕੰਮ ਵੀ ਨਿਬੇੜ ਲਿਆ ਅਤੇ ਤੂੰ ਸੁੱਤੀ ਪਈ ਹੈ। ਕਦੀ ਕਦੀ ਕਹਿੰਦੀਆਂ ਹਨ ਕਿ ਤੇਰੀ ਸੱਸ ਖੁਦ ਉੱਠ ਕੇ ਨਾਸ਼ਤਾ ਬਣਾ ਰਹੀ ਹੈ। ਅਸੀਂ ਤਾਂ ਆਪਣੇ ਸੱਸ ਸਹੁਰੇ ਨੂੰ ਸਵੇਰੇ ਤੜਕੇ ਹੀ ਨਾਸ਼ਤਾ ਕਰਵਾ ਦਿੰਦੇ ਸੀ ਅਤੇ ਬਾਅਦ ਵਿੱਚ ਤੇਰੀ ਮਾਂ ਵੀ ਸ਼ੁਰੂ ਹੋ ਜਾਂਦੀ ਹੈ। ਅਤੇ ਜੇ ਇਹ ਹਾਲ ਰਿਹਾ ਤਾਂ ਸਿੱਧੀ ਜਿਹੀ ਗੱਲ ਹੈ, ਤੂੰ ਮੈਨੂੰ ਛੱਡ ਦੇ ਤਾਂ ਬਿਹਤਰ ਹੈ। ਇਹ ਸੁਣ ਕੇ ਮੈਂ ਆਪਣੀ ਮਾਂ ਨੂੰ ਕਹਿਣ ਲੱਗਾ ਕਿ ਜਦੋਂ ਤੁਹਾਨੂੰ ਪਤਾ ਹੈ ਕਿ ਪ੍ਰੀਤੀ ਨੂੰ ਇਹ ਸਭ ਨਹੀਂ ਪਸੰਦ, ਤਾਂ ਤੁਸੀਂ ਕਿਉਂ ਮੁਹੱਲੇ ਦੀਆਂ ਔਰਤਾਂ ਨੂੰ ਆਪਣੇ ਘਰ ਵਿੱਚ ਬੁਲਾਉਂਦੇ ਹੋ? ਅਤੇ ਉਹ ਕੌਣ ਹੁੰਦੀਆਂ ਹਨ ਮੇਰੀ ਪਤਨੀ ਨੂੰ ਇਹ ਸਾਰੀਆਂ ਗੱਲਾਂ ਕਰਨ ਵਾਲੀਆਂ? ਆਪਣੇ ਘਰ ਵਿੱਚ ਸਕੂਨ ਨਾਲ ਨਹੀਂ ਰਹਿ ਸਕਦੀਆਂ। ਮਾਂ ਤਾਂ ਮੈਨੂੰ ਗੁੱਸੇ ਨਾਲ ਦੇਖਣ ਲੱਗੀ ਅਤੇ ਕਹਿਣ ਲੱਗੀ ਕਿ ਤੇਰੀ ਪਤਨੀ ਨੂੰ ਅਕਲ ਵਾਲੀ ਗੱਲ ਨਹੀਂ ਸਮਝ ਆਉਂਦੀ। ਤੇਰੀ ਪਤਨੀ ਤਾਂ ਮੂੰਹ ਬਣਾ ਕੇ ਆਪਣੇ ਕਮਰੇ ਵਿੱਚ ਜਾ ਕੇ ਬੈਠ ਜਾਂਦੀ ਹੈ। ਮੇਰੀ ਮਾਂ ਆਪਣੀ ਗੱਲ ਤੋਂ ਹਟਣ ਦੇ ਲਈ ਤਿਆਰ ਨਹੀਂ ਸੀ। ਪ੍ਰੀਤੀ ਅਤੇ ਮਾਂ ਦੇ ਮਿਜਾਜ ਹੀ ਇੱਕ ਦੂਸਰੇ ਦੇ ਨਾਲ ਨਹੀਂ ਮਿਲਦੇ ਸੀ। ਬਹੁਤ ਕੋਸ਼ਿਸ਼ ਕੀਤੀ ਕਿ ਇਹਨਾਂ ਦੀ ਆਪਸ ਵਿੱਚ ਬਣ ਜਾਵੇ, ਪਰ ਨਹੀਂ। ਇੱਕ ਦਿਨ ਕਿਸੇ ਗੱਲ ਤੇ ਪ੍ਰੀਤੀ ਅਤੇ ਮਾਂ ਦਾ ਬਹੁਤ ਵੱਡਾ ਝਗੜਾ ਹੋ ਗਿਆ। ਮੈਂ ਘਰ ਆਇਆ ਤਾਂ ਇੱਕ ਤਮਾਸ਼ਾ ਲੱਗਿਆ ਹੋਇਆ ਸੀ। ਪ੍ਰੀਤੀ ਮੈਨੂੰ ਕਹਿਣ ਲੱਗੀ ਕਿ ਮੈਂ ਇੱਥੇ ਨਹੀਂ ਰਹਿ ਸਕਦੀ, ਮੈਨੂੰ ਅਲੱਗ ਘਰ ਲੈ ਕੇ ਦਿਓ। ਮੈਂ ਆਪਣੀ ਮਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਹਿਣ ਲੱਗੀ ਕਿ ਰਹਿਣ ਦਿਓ ਇਸ ਨੂੰ, ਜਿੱਥੇ ਰਹਿਣਾ ਚਾਹੁੰਦੀ ਹੈ। ਅਸੀਂ ਇਕੱਲੇ ਹੀ ਗੁਜ਼ਾਰਾ ਕਰ ਲਵਾਂਗੇ, ਪਰ ਆਪਣਾ ਪੁਰਾਣਾ ਮਹੱਲਾ ਨਹੀਂ ਛੱਡਾਂਗੇ। ਉਸ ਵਕਤ ਮੈਂ ਪ੍ਰੀਤੀ ਨੂੰ ਬਿਲਕੁਲ ਵੀ ਨਾਰਾਜ਼ ਨਹੀਂ ਕਰ ਸਕਦਾ ਸੀ। ਇਸ ਕਰਕੇ ਉਸ ਨੂੰ ਮੈਂ ਲੈ ਕੇ ਇੱਕ ਨਵੀਂ ਸੁਸਾਇਟੀ ਵਿੱਚ ਛੋਟੇ ਜਿਹੇ ਘਰ 'ਚ ਆ ਗਿਆ, ਜੋ ਕਿ ਡਬਲ ਪੋਰਸ਼ਨ ਦਾ ਸੀ। ਪ੍ਰੀਤੀ ਬਹੁਤ ਖੁਸ਼ ਸੀ। ਉੱਥੇ ਰਹਿਣ ਵਾਲੇ ਜ਼ਿਆਦਾਤਰ ਲੋਕ ਮਾਡਰਨ ਫੈਮਿਲੀ ਤੋਂ ਤਾਲੁਕ ਰੱਖਦੇ ਸੀ। ਇਸ ਲਈ ਬਹੁਤ ਜਲਦੀ ਮੇਰੀ ਪਤਨੀ ਨੇ ਵੀ ਲੋਕਾਂ ਦੇ ਨਾਲ ਮੇਲ ਜੋਲ ਵਧਾ ਲਿਆ। ਪਰ ਮੇਰੇ ਲਈ ਮੁਸ਼ਕਿਲ ਵੱਧ ਗਈ ਸੀ, ਕਿਉਂਕਿ ਉੱਥੇ ਰਹਿਣ ਵਾਲੇ ਸਾਰੇ ਲੋਕ ਮੇਰੇ ਲਈ ਅਣਜਾਣ ਸੀ। ਇਸ ਲਈ ਮੈਂ ਪ੍ਰੀਤੀ ਨੂੰ ਕਹਿੰਦਾ ਕਿ ਜ਼ਿਆਦਾ ਲੋਕਾਂ ਦੇ ਨਾਲ ਮਿਲ ਜੁਲ ਰੱਖਣਾ ਚੰਗੀ ਗੱਲ ਨਹੀਂ ਹੈ, ਕਿਉਂਕਿ ਇੱਥੋਂ ਦੇ ਲੋਕ ਮੈਨੂੰ ਜਾਣਦੇ ਨਹੀਂ ਹਨ।
ਨਾ ਮੈਂ ਉਹਨਾਂ ਨੂੰ ਜਾਣਦਾ ਹਾਂ, ਨਾ ਜਾਣੇ ਕੌਣ ਨੇ ਤੇ ਕਿੱਦਾਂ ਦੇ ਨੇ। ਪਰ ਇਹ ਕਿੱਥੇ ਮੇਰੀ ਕੋਈ ਗੱਲ ਸਮਝਦੀ ਸੀ। ਜਿਸ ਸੁਸਾਇਟੀ ਵਿੱਚ ਮੈਂ ਆਇਆ ਸੀ ਉੱਥੇ ਬਹੁਤ ਸਾਰੇ ਘਰ ਤਾਂ ਬੰਗਲਿਆਂ ਵਾਂਗ ਬਣੇ ਹੋਏ ਸੀ, ਪਰ ਉੱਥੇ ਕੁਝ ਮੀਡੀਅਮ ਘਰ ਵੀ ਸੀ। ਉਹਨਾਂ ਵਿੱਚੋਂ ਹੀ ਇੱਕ ਘਰ ਅੰਜਲੀ ਦਾ ਵੀ ਸੀ, ਜੋ ਕਿ ਸਾਡੇ ਬਰਾਬਰ ਹੀ ਬਣਿਆ ਹੋਇਆ ਸੀ। ਉਹ ਔਰਤ ਵੈਸੇ ਤਾਂ ਪਰਦਾ ਰੱਖਦੀ ਸੀ, ਪਰ ਜਦੋਂ ਮੈਂ ਘਰ ਆਉਂਦਾ ਤਾਂ ਮੈਨੂੰ ਆਪਣੇ ਘਰ ਹੀ ਦਿਖਾਈ ਦਿੰਦੀ ਅਤੇ ਪ੍ਰੀਤੀ ਵੀ ਉਸ ਦੇ ਨਾਲ ਗੱਲਾਂ ਕਰਨ ਵਿੱਚ ਹੀ ਬਿਜੀ ਹੁੰਦੀ। ਨਾ ਪ੍ਰੀਤੀ ਨੂੰ ਮੇਰੇ ਖਾਣੇ ਦੀ ਪਰਵਾਹ ਹੁੰਦੀ ਸੀ ਅਤੇ ਨਾ ਹੀ ਇਸ ਗੱਲ ਦੀ ਫਿਕਰ ਸੀ ਕਿ ਮੈਂ ਥੱਕਿਆ ਹਾਰਿਆ ਵਾਪਸ ਆਇਆ ਹਾਂ। ਉਹ ਬਸ ਆਪਣੀ ਗੁਆਂਢਣ ਦੇ ਨਾਲ ਗੱਲਾਂ ਕਰਦੀ ਨਜ਼ਰ ਆਉਂਦੀ ਸੀ। ਕੁਝ ਦਿਨ ਤਾਂ ਮੈਂ ਸਭ ਤਮਾਸ਼ਾ ਦੇਖਦਾ ਰਹਾ, ਪਰ ਫਿਰ ਬਾਅਦ ਵਿੱਚ ਮੈਂ ਪ੍ਰੀਤੀ ਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਤੈਨੂੰ ਮੇਰੇ ਪੁਰਾਣੇ ਮੁਹੱਲੇ ਤੋਂ ਬੜੀ ਪ੍ਰੋਬਲਮ ਹੁੰਦੀ ਸੀ ਕਿ ਉੱਥੇ ਔਰਤਾਂ ਘਰ ਆਉਂਦੀਆਂ ਹਨ, ਪਰ ਤੂੰ ਖੁਦ ਇੱਥੇ ਉਹੀ ਕਰਨ ਲੱਗੀ। ਮੈਨੂੰ ਨਹੀਂ ਪਸੰਦ ਇਹ ਸਭ, ਇਸ ਕਰਕੇ ਬਿਹਤਰ ਹੋਵੇਗਾ ਕਿ ਜਦੋਂ ਮੈਂ ਘਰ ਆਵਾਂ ਤੇ ਮੈਨੂੰ ਕੋਈ ਵੀ ਗੁਆਂਢਣ ਇੱਥੇ ਨਜ਼ਰ ਨਾ ਆਵੇ। ਇਹ ਸੁਣ ਕੇ ਪ੍ਰੀਤੀ ਦਾ ਮੂਡ ਤਾਂ ਖਰਾਬ ਹੋਇਆ ਔਰ ਉਸਨੇ ਮੇਰੀ ਗੱਲ ਮੰਨ ਲਈ। ਨਾ ਜਾਣੇ ਕਿਉਂ ਮੈਨੂੰ ਅੰਜਲੀ ਸ਼ੁਰੂ ਤੋਂ ਹੀ ਕੁਝ ਖਾਸ ਪਸੰਦ ਨਹੀਂ ਸੀ। ਵੈਸੇ ਤਾਂ ਦਿਖਾਵੇ ਦੇ ਲਈ ਉਸ ਨੂੰ ਪਰਦਾ ਕਰਨ ਦਾ ਬਹੁਤ ਸ਼ੌਂਕ ਸੀ, ਪਰ ਮੈਨੂੰ ਉਸ ਵਿੱਚ ਕੋਈ ਖਾਸ ਦਿਲਚਸਪੀ ਨਹੀਂ ਸੀ। ਮੈਂ ਕਦੀ ਵੀ ਉਸ ਨੂੰ ਦੇਖਣ ਦੀ ਕੋਸ਼ਿਸ਼ ਨਾ ਕੀਤੀ ਅਤੇ ਨਾ ਹੀ ਕਦੀ ਉਸ ਨੂੰ ਦੇਖਿਆ। ਮੈਂ ਉਸ ਦੀਆਂ ਨਜ਼ਰਾਂ ਨੂੰ ਦੇਖ ਕੇ ਬਹੁਤ ਪਰੇਸ਼ਾਨ ਹੁੰਦਾ, ਕਿਉਂਕਿ ਮੇਰੇ ਘਰ ਵਿੱਚ ਇੱਕ ਚੀਜ਼ ਨੂੰ ਬੜੀ ਹਸਰਤ ਦੇ ਨਾਲ ਦੇਖਦੀ ਅਤੇ ਠੰਡੀਆਂ ਆਹਾਂ ਭਰਦੀ। ਕਦੇ ਕਹਿੰਦੀ ਕਿ ਸਾਡੇ ਘਰ ਤਾਂ ਪੱਖੇ ਹੀ ਲੱਗੇ ਹੋਏ ਹਨ ਅਤੇ ਉਹ ਵੀ ਠੀਕ ਤਰ੍ਹਾਂ ਨਾਲ ਨਹੀਂ ਚੱਲਦੇ। ਉਤੋਂ ਮੇਰਾ ਪਤੀ ਕਮਰੇ ਦੀਆਂ ਫਾਲਤੂ ਬੱਤੀਆਂ ਅਤੇ ਪੱਖੇ ਬੰਦ ਕਰਦਾ ਰਹਿੰਦਾ ਹੈ। ਮੇਰੇ ਕੋਲ ਇੰਨੇ ਪੈਸੇ ਨਹੀਂ ਕਿ ਮੈਂ ਬਿੱਲ ਭਰ ਸਕਾਂ। ਤੂੰ ਤਾਂ ਬੜੀ ਖੁਸ਼ ਨਸੀਬ ਹੈ। ਫਿਰ ਪ੍ਰੀਤੀ ਇਸ ਗੱਲ 'ਤੇ ਇਤਰਾਨ ਲੱਗਦੀ। ਹੁਣ ਜਦੋਂ ਤੋਂ ਮੈਂ ਪ੍ਰੀਤੀ ਨੂੰ ਮਨਾ ਕੀਤਾ ਸੀ, ਉਦੋਂ ਤੋਂ ਅੰਜਲੀ ਮੇਰੀ ਮੌਜੂਦਗੀ ਵਿੱਚ ਘਰ ਨਹੀਂ ਆਉਂਦੀ ਸੀ। ਇੱਕ ਦਿਨ ਮੈਂ ਖਾਣਾ ਖਾ ਕੇ ਉੱਠਿਆ ਹੀ ਸੀ ਅਤੇ ਪ੍ਰੀਤੀ ਰਸੋਈ ਵਿੱਚ ਬਰਤਨ ਧੋ ਰਹੀ ਸੀ। ਜਦੋਂ ਬਾਹਰ ਦਾ ਦਰਵਾਜ਼ਾ ਵੱਜਿਆ, ਮੈਂ ਦਰਵਾਜ਼ਾ ਖੋਲ੍ਹਿਆ ਤੇ ਸਾਹਮਣੇ ਅੰਜਲੀ ਖੜੀ ਸੀ। ਉਸਨੇ ਹੱਥ ਵਿੱਚ ਇੱਕ ਪਲੇਟ ਫੜੀ ਸੀ, ਜਿਸ ਨੂੰ ਉਸਨੇ ਦੂਸਰੀ ਪਲੇਟ ਦੇ ਨਾਲ ਢੱਕਿਆ ਹੋਇਆ ਸੀ। ਕਹਿਣ ਲੱਗੀ, ਸਮੀਰ ਭਾਈ ਸਾਹਿਬ, ਇਹ ਖੋਏ ਦੀ ਬਰਫੀ ਹੈ, ਪ੍ਰੀਤੀ ਨੂੰ ਦੇ ਦੇਣਾ ਅਤੇ ਤੁਸੀਂ ਵੀ ਜ਼ਰੂਰ ਖਾਣਾ। ਮੈਂ ਮਿੱਠੇ ਦਾ ਬਹੁਤ ਸ਼ੌਕੀਨ ਸੀ ਅਤੇ ਬਰਫੀ ਤਾਂ ਮੈਨੂੰ ਵੀ ਬਹੁਤ ਪਸੰਦ ਸੀ। ਮੈਂ ਉੱਪਰ ਵਾਲੀ ਪਲੇਟ ਚੱਕੀ ਅਤੇ ਸੋਫੇ 'ਤੇ ਬੈਠ ਗਿਆ। ਮੈਂ ਬਰਫੀ ਖਾਧੀ। ਮੈਨੂੰ ਆਪਣਾ ਹੱਥ ਰੋਕਣਾ ਬਹੁਤ ਮੁਸ਼ਕਿਲ ਲੱਗ ਰਿਹਾ ਸੀ। ਉਹ ਬਹੁਤ ਹੀ ਮਜ਼ੇਦਾਰ ਮਠਿਆਈ ਸੀ। ਪ੍ਰੀਤੀ ਜਦੋਂ ਰਸੋਈ ਵਿੱਚੋਂ ਬਰਤਨ ਧੋ ਕੇ ਆਈ ਤਾਂ ਪੁੱਛਣ ਲੱਗੀ, ਇਹ ਕਿੱਥੋਂ ਆਈ? ਮੈਂ ਕਿਹਾ, ਤੇਰੀ ਸਹੇਲੀ ਲੈ ਕੇ ਆਈ ਹੈ। ਇਹ ਸੁਣ ਕੇ ਉਹ ਹੱਸਣ ਲੱਗ ਪਈ ਅਤੇ ਮੇਰੇ ਨਾਲ ਹੀ ਬੈਠ ਕੇ ਉਹ ਬਰਫੀ ਨੂੰ ਖਾਣ ਲੱਗ ਪਈ। ਉਹ ਬਰਫੀ ਇੰਨੀ ਵਧੀਆ ਸੀ ਕਿ ਮੈਂ ਤਾਂ ਉਂਗਲੀਆਂ ਹੀ ਚੱਟਦਾ ਰਹਿ ਗਿਆ। ਪ੍ਰੀਤੀ ਮੁਸਕਰਾਉਂਦੇ ਹੋਏ ਮੈਨੂੰ ਕਹਿਣ ਲੱਗੀ, ਤੁਸੀਂ ਤਾਂ ਬਿਨਾਂ ਵਜ੍ਹਾ ਹੀ ਮੈਨੂੰ ਅੰਜਲੀ ਤੋਂ ਦੂਰ ਕਰਨ 'ਤੇ ਤੁਰੇ ਹੋ। ਉਹ ਤਾਂ ਬਹੁਤ ਚੰਗੀ ਔਰਤ ਹੈ, ਇੱਦਾਂ ਦੀਆਂ ਗੱਲਾਂ ਕਰਦੀ ਹੈ ਕਿ ਮੈਂ ਖੁਸ਼ ਹੋ ਜਾਂਦੀ ਹਾਂ। ਸੱਚ ਪੁੱਛੋ ਤਾਂ ਉਸਨੇ ਕਦੀ ਵੀ ਮੈਨੂੰ ਇਕੱਲੇਪਨ ਦਾ ਅਹਿਸਾਸ ਨਹੀਂ ਹੋਣ ਦਿੱਤਾ, ਕਿਉਂਕਿ ਅੰਜਲੀ ਸਵੇਰੇ ਸਵੇਰੇ ਹੀ ਇੱਥੇ ਆ ਜਾਂਦੀ ਹੈ ਅਤੇ ਫਿਰ ਇੱਦਾਂ ਦੇ ਕਿੱਸੇ ਸੁਣਾਉਂਦੀ ਹੈ ਕਿ ਮੇਰੇ ਢਿੱਡ ਵਿੱਚ ਦਰਦ ਹੋਣ ਲੱਗ ਪੈਂਦਾ ਹੈ। ਮੈਂ ਪ੍ਰੀਤੀ ਦੀ ਗੱਲ ਸੁਣੀ ਤਾਂ ਇੱਕ ਪਲ ਦੇ ਲਈ ਮੈਨੂੰ ਆਪਣੇ ਮਾਂ-ਬਾਪ ਦੀ ਯਾਦ ਆਉਣ ਲੱਗ ਪਈ। ਉਹ ਘਰ ਵਿੱਚ ਇਕੱਲੇ ਰਹਿੰਦੇ ਸੀ। ਮੈਂ ਉਹਨਾਂ ਦੀ ਇਕਲੌਤੀ ਔਲਾਦ ਸੀ ਅਤੇ ਮੇਰੇ ਇਲਾਵਾ ਉਹਨਾਂ ਦਾ ਕੋਈ ਵੀ ਸਹਾਰਾ ਨਹੀਂ ਸੀ। ਪਰ ਮੈਂ ਪ੍ਰੀਤੀ ਦੀ ਮੁਹੱਬਤ ਵਿੱਚ ਇਸ ਕਦਰ ਪਾਗਲ ਹੋ ਗਿਆ ਸੀ ਕਿ ਮੈਂ ਉਸ ਨੂੰ ਲੈ ਕੇ ਅਲੱਗ ਹੋ ਗਿਆ। ਪ੍ਰੀਤੀ ਮੈਨੂੰ ਉਸ ਦਾ ਦੱਸਿਆ ਹੋਇਆ ਕਿੱਸਾ ਸੁਣਾ ਰਹੀ ਸੀ ਅਤੇ ਹੱਸ ਰਹੀ ਸੀ, ਜਦਕਿ ਮੇਰਾ ਚਿਹਰਾ ਤਾਂ ਬਿਲਕੁਲ ਉਦਾਸ ਹੋ ਗਿਆ ਸੀ। ਮੇਰੇ ਹੱਥ ਵਿੱਚ ਜੋ ਬਰਫੀ ਦਾ ਬਚਿਆ ਹੋਇਆ ਥੋੜ੍ਹਾ ਜਿਹਾ ਟੁਕੜਾ ਸੀ, ਮੈਂ ਵਾਪਸ ਪਲੇਟ ਵਿੱਚ ਰੱਖ ਦਿੱਤਾ। ਪ੍ਰੀਤੀ ਨੇ ਨੋਟ ਕਰ ਲਿਆ ਸੀ ਕਿ ਮੇਰਾ ਮੂਡ ਖਰਾਬ ਹੋ ਗਿਆ ਹੈ। ਕਹਿਣ ਲੱਗੀ, ਕੀ ਹੋਇਆ? ਤੁਸੀਂ ਅਚਾਨਕ ਤੋਂ ਸੀਰੀਅਸ ਕਿਉਂ ਹੋ ਗਏ? ਪਰ ਮੇਰਾ ਦਿਮਾਗ ਖਰਾਬ ਹੋ ਚੁੱਕਿਆ ਸੀ। ਮੈਂ ਕਹਿਣ ਲੱਗਾ ਕਿ ਇੱਥੇ ਤਾਂ ਤੂੰ ਬੜੇ ਤਾਲਕ ਬਣਾ ਲਏ ਨੇ ਲੋਕਾਂ ਨਾਲ, ਹੱਸਦੀ ਏ, ਬੋਲਦੀ ਏ, ਗੱਲਾਂ ਕਰਦੀ ਏ, ਕੋਈ ਤੈਨੂੰ ਤਾਨੇ ਵੀ ਮਾਰੇ ਤੇ ਤੂੰ ਬੜੇ ਚੰਗੇ ਤਰੀਕੇ ਨਾਲ ਹੈਂਡਲ ਕਰ ਲੈਂਦੀ ਹੈ। ਪਰ ਉੱਥੇ ਮੇਰੇ ਮਾਂ-ਬਾਪ ਦੇ ਕੋਲ ਜੇਕਰ ਤੈਨੂੰ ਕੋਈ ਵੀ ਕੁਝ ਕਹਿ ਦਿੰਦਾ ਸੀ ਤਾਂ ਤੂੰ ਕਿੱਦਾਂ ਚਿੜ੍ਹਦੀ ਸੀ। ਇੱਥੋਂ ਤੱਕ ਕਿ ਮੇਰੀ ਮਾਂ ਦੇ ਨਾਲ ਵੀ ਕਿੰਨੀ ਬਦਤਮੀਜ਼ੀ ਕਰ ਜਾਂਦੀ ਸੀ ਅਤੇ ਮੈਂ ਠਹਿਰਿਆ ਪਾਗਲ ਬੇਵਕੂਫ ਇਸ ਕਦਰ ਅੱਖਾਂ ਬੰਦ ਕਰ ਚੁੱਕਿਆ ਸੀ ਕਿ ਤੇਰੀਆਂ ਗੱਲਾਂ 'ਤੇ ਯਕੀਨ ਕਰਦਾ ਰਹਾ। ਮੇਰੇ ਮਾਂ-ਬਾਪ ਉੱਥੇ ਇਕੱਲੇ ਰਹਿ ਰਹੇ ਨੇ, ਹਾਲਾਂਕਿ ਇਸ ਉਮਰ ਵਿੱਚ ਤਾਂ ਉਹਨਾਂ ਨੂੰ ਸਾਡੇ ਨਾਲ ਰਹਿਣਾ ਚਾਹੀਦਾ ਸੀ। ਮੇਰੀ ਇਹ ਗੱਲ ਸੁਣ ਕੇ ਪ੍ਰੀਤੀ ਦੇ ਤਾਂ ਤੇਵਰ ਚੜ੍ਹ ਚੁੱਕੇ ਸੀ ਅਤੇ ਇੱਦਾਂ ਸਾਡੇ ਵਿੱਚ ਇੱਕ ਬਹਿਸ ਛਿੜ ਗਈ। ਲੜਦੇ ਲੜਦੇ ਗੱਲ ਇਸ ਹੱਦ ਤੱਕ ਵੱਧ ਗਈ ਕਿ ਮੈਂ ਪ੍ਰੀਤੀ ਨੂੰ ਚੁੱਪ ਕਰਾਉਣ ਦੇ ਲਈ ਉਸ ਦਾ ਮੂੰਹ ਦਬਾ ਚੁੱਕਿਆ ਸੀ।
ਅੱਜ ਤੋਂ ਪਹਿਲਾਂ ਮੈਂ ਕਦੇ ਵੀ ਪ੍ਰੀਤੀ 'ਤੇ ਇੰਨਾ ਗੁੱਸਾ ਨਹੀਂ ਕੀਤਾ ਸੀ, ਬਲਕਿ ਉਸ ਦੀ ਹਰ ਗੱਲ ਨੂੰ, ਚਾਹੇ ਉਹ ਚੰਗੀ ਹੋਵੇ ਜਾਂ ਬੁਰੀ, ਚੁੱਪ ਕਰਕੇ ਮੰਨ ਲੈਂਦਾ ਸੀ। ਮੈਂ ਜਦ ਉਸ ਦਾ ਮੂੰਹ ਦਬੋਚਿਆ ਤਾਂ ਉਸ ਦੀਆਂ ਅੱਖਾਂ 'ਚ ਬੇਯਕੀਨੀ ਸੀ। ਅਗਲੇ ਹੀ ਪਲ ਉਸ ਦੀਆਂ ਅੱਖਾਂ 'ਚ ਅੱਥਰੂ ਡਿੱਗਣ ਲੱਗੇ। ਨਹੀਂ ਤਾਂ ਅੱਜ ਤੋਂ ਪਹਿਲਾਂ ਮੈਂ ਉਸ ਨੂੰ ਕਦੀ ਰੋਣ ਵੀ ਨਹੀਂ ਦਿੱਤਾ। ਉਸ ਦੀਆਂ ਅੱਖਾਂ 'ਚੋਂ ਅੱਥਰੂ ਡਿੱਗ ਰਹੇ ਸੀ। ਮੈਂ ਤੁਰੰਤ ਆਪਣੇ ਹੱਥ ਪਿੱਛੇ ਕਰ ਦਿੱਤੇ। ਉਹ ਰੋਂਦੇ ਹੋਏ ਆਪਣੇ ਕਮਰੇ ਵਿੱਚ ਚਲੀ ਗਈ ਅਤੇ ਕਹਿਣ ਲੱਗੀ, ਹਾਂ ਹੁਣ ਤੂੰ ਇਹ ਸਭ ਕਰੇਂਗਾ। ਤੇਰੀ ਮਾਂ ਨੇ ਤਾਂ ਜਿੱਦਾਂ ਲੱਗਦਾ ਹੈ ਕੋਈ ਤਵੀਤ ਘੋਲ ਕੇ ਪਿਲਾ ਦਿੱਤਾ ਹੈ ਤੇ ਤੂੰ ਮੇਰੇ ਨਾਲ ਖੁਸ਼ ਨਹੀਂ ਰਹਿ ਸਕਦਾ। ਉਹਨਾਂ ਤੋਂ ਦੂਰ ਹੋ, ਇਸ ਦੇ ਬਾਵਜੂਦ ਮੇਰੇ ਤੇ ਇੱਦਾਂ ਜ਼ੁਲਮ ਕਰ ਰਹੇ ਹੋ। ਨਾ ਜਾਣੇ ਤੇਰੇ ਮਾਂ-ਬਾਪ ਕੀ ਚਾਹੁੰਦੇ ਹਨ। ਮੈਂ ਵੀ ਸਿਰ ਫੜ ਕੇ ਬੈਠ ਚੁੱਕਿਆ ਸੀ ਕਿ ਅਚਾਨਕ ਮੈਨੂੰ ਕੀ ਹੋ ਗਿਆ। ਅਜੀਬ ਜਿਹੀ ਬੇਚੈਨੀ ਨੇ ਮੈਨੂੰ ਜਕੜ ਲਿਆ ਸੀ। ਖੈਰ, ਪ੍ਰੀਤੀ ਮੇਰੇ ਨਾਲ ਨਾਰਾਜ਼ ਸੀ ਅਤੇ ਜੇਕਰ ਮੈਂ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹ ਹੋਰ ਜ਼ਿਆਦਾ ਚਿੜ ਜਾਂਦੀ। ਅਗਲੇ ਦਿਨ ਮੈਂ ਚੁੱਪ ਕਰਕੇ ਉੱਠਿਆ ਅਤੇ ਬਗੈਰ ਨਾਸ਼ਤਾ ਕੀਤੇ ਹੀ ਘਰ ਤੋਂ ਚਲਾ ਗਿਆ। ਸੋਚਿਆ ਕਿ ਅੱਜ ਘਰ ਜਲਦੀ ਆ ਜਾਵਾਂਗਾ ਅਤੇ ਪ੍ਰੀਤੀ ਦੇ ਨਾਲ ਬਾਹਰ ਡਿਨਰ ਉਸ ਦੇ ਫੇਵਰੇਟ ਰੈਸਟੋਰੈਂਟ ਵਿੱਚ ਕਰਾਂਗਾ। ਪਰ ਜਿੱਦਾਂ ਹੀ ਮੈਂ ਅੱਜ ਜਲਦੀ ਘਰ ਆਇਆ ਤਾਂ ਮੈਨੂੰ ਘਰ ਵਿੱਚ ਇੱਕ ਵਾਰ ਫਿਰ ਤੋਂ ਅੰਜਲੀ ਦੀਆਂ ਹੱਸਦੀਆਂ ਖਿਲਖਿਲਾਉਂਦੀਆਂ ਹੋਈਆਂ ਆਵਾਜ਼ਾਂ ਆ ਰਹੀਆਂ ਸੀ। ਉਹ ਮੇਰੀ ਪਤਨੀ ਦੇ ਨਾਲ ਬੈਠੀ ਗੱਲਾਂ ਕਰ ਰਹੀ ਸੀ। ਮੈਂ ਕਮਰੇ ਵਿੱਚ ਜਾਣਾ ਠੀਕ ਨਾ ਸਮਝਿਆ ਅਤੇ ਲੋਬੀ ਵਿੱਚ ਬੈਠ ਗਿਆ। ਜਦੋਂ ਮੈਨੂੰ ਅੰਜਲੀ ਦੀ ਗੱਲ ਸੁਣਾਈ ਦਿੱਤੀ ਤਾਂ ਮੈਂ ਹੱਕਾ ਬੱਕਾ ਰਹਿ ਗਿਆ। ਉਹ ਕਹਿਣ ਲੱਗੀ, ਤੇਰਾ ਪਤੀ ਤਾਂ ਕਿੰਨਾ ਖਿਆਲ ਰੱਖਦਾ ਹੈ ਤੇਰਾ। ਤੂੰ ਬਿਨਾਂ ਵਜ੍ਹਾ ਹੀ ਉਸ 'ਤੇ ਗੁੱਸਾ ਕਰਦੀ ਰਹਿੰਦੀ ਹੈ। ਇੰਨੀ ਮੁਹੱਬਤ ਕਰਨ ਵਾਲਾ ਪਤੀ ਮੈਨੂੰ ਮਿਲਿਆ ਹੁੰਦਾ, ਮੈਂ ਉਸ ਦੇ ਪੈਰ ਧੋ ਪੀਂਦੀ। ਦੇਖਣਾ, ਤੇਰੇ ਕਹਿਣ 'ਤੇ ਅਲੱਗ ਘਰ ਲੈ ਲਿਆ, ਹਰ ਆਰਾਮ ਦਿੱਤਾ ਅਤੇ ਇੱਕ ਮੇਰਾ ਪਤੀ ਹੈ ਜੋ ਹਰ ਵੇਲੇ ਮੇਰੇ ਨਾਲ ਲੜਦਾ ਹੀ ਰਹਿੰਦਾ ਹੈ। ਜੇਕਰ ਭੁੱਲ ਭੁਲੇਖੇ ਕਿਸੇ ਚੀਜ਼ ਦੀ ਫਰਮਾਇਸ਼ ਵੀ ਕਰ ਦਿੰਦੀ ਤਾਂ ਉਸ ਦੀ ਜੇਬ ਇੰਨੀ ਵੀ ਇਜਾਜ਼ਤ ਨਹੀਂ ਹੁੰਦੀ ਕਿ ਮੈਨੂੰ ਸਾਹਮਣੇ ਵਾਲੇ ਠੇਲੇ ਤੋਂ ਇੱਕ ਚਾਟ ਦੀ ਪਲੇਟ ਹੀ ਲਿਆ ਕੇ ਦੇ ਦੇਵੇ। ਅੰਜਲੀ ਦੀ ਗੱਲ ਸੁਣ ਕੇ ਮੈਨੂੰ ਥੋੜ੍ਹੀ ਜਿਹੀ ਹੈਰਾਨੀ ਹੋਈ। ਉਹ ਵਾਕਿਆ ਬਹੁਤ ਗਰੀਬ ਲੱਗਦੀ ਸੀ। ਉਹ ਥੋੜ੍ਹੀ ਦੇਰ ਬਾਅਦ ਉੱਠ ਕੇ ਬਾਹਰ ਆਈ ਤਾਂ ਮੈਂ ਲੌਬੀ ਵਿੱਚੋਂ ਟੀਵੀ ਲਗਾ ਕੇ ਬੈਠਾ ਸੀ। ਉਸਨੇ ਆਪਣਾ ਚਿਹਰਾ ਖੁੱਲ੍ਹਾ ਰੱਖਿਆ ਹੋਇਆ ਸੀ। ਅੱਜ ਤਾਂ ਉਸਨੇ ਆਪਣਾ ਚਿਹਰਾ ਢੱਕਣ ਦੀ ਵੀ ਕੋਸ਼ਿਸ਼ ਨਹੀਂ ਕੀਤੀ ਸੀ। ਹਾਂ, ਪਰ ਇੱਕ ਸੈਕਿੰਡ ਤੋਂ ਇਲਾਵਾ ਦੁਬਾਰਾ ਉਸਦੇ ਚਿਹਰੇ 'ਤੇ ਨਜ਼ਰ ਨਾ ਮਾਰੀ। ਪ੍ਰੀਤੀ ਦਾ ਮੂਡ ਖਰਾਬ ਸੀ। ਮੈਂ ਉਸ ਦੇ ਨਾਲ ਡਿਨਰ ਦੀ ਗੱਲ ਕੀਤੀ ਤਾਂ ਉਹ ਖੁਸ਼ ਹੋ ਗਈ। ਮੈਂ ਤੇ ਫਿਰ ਉਸਨੇ ਮੈਚਿੰਗ ਕੱਪੜੇ ਪਾਏ। ਅਸੀਂ ਜਿੱਦਾਂ ਹੀ ਘਰੋਂ ਬਾਹਰ ਜਾਣ ਲੱਗੇ ਤਾਂ ਇੱਕ ਵਾਰ ਫਿਰ ਅੰਜਲੀ ਉੱਥੇ ਖੜੀ ਸੀ। ਉਸਦੇ ਹੱਥ ਵਿੱਚ ਪਲੇਟ ਸੀ। ਉਹ ਕਹਿਣ ਲੱਗੀ ਕਿ ਅੱਜ ਦੋਨੋਂ ਤੁਸੀਂ ਕਿੱਥੇ ਜਾ ਰਹੇ ਹੋ। ਪ੍ਰੀਤੀ ਕਹਿਣ ਲੱਗੀ ਕਿ ਹਾਂ, ਅਸੀਂ ਦੋਨੋਂ ਬਾਹਰ ਡਿਨਰ ਕਰਨ ਜਾ ਰਹੇ ਹਾਂ। ਇਹ ਦੇਖ ਕੇ ਅੰਜਲੀ ਨੇ ਇੱਕ ਠੰਡੀ ਆਹ ਭਰੀ ਤੇ ਕਹਿਣ ਲੱਗੀ ਕਿ ਹਾਂ, ਅਮੀਰ ਲੋਕ, ਸਾਨੂੰ ਕਿੱਥੇ ਨਸੀਬ ਰੈਸਟੋਰੈਂਟ ਵਿੱਚ ਜਾ ਕੇ ਖਾਣਾ ਖਾਣਾ। ਖੈਰ, ਮੈਂ ਆਪ ਤੁਹਾਡੇ ਲਈ ਮਠਿਆਈ ਲਿਆਈ ਸੀ। ਇਹ ਕਹਿ ਕੇ ਉਸਨੇ ਇੱਕ ਵਾਰ ਫਿਰ ਉਹ ਪਲੇਟ ਸਾਡੇ ਵੱਲ ਵਧਾਈ। ਮੈਂ ਤਾਂ ਉਹ ਮਿਠਾਈ ਦੇਖ ਕੇ ਹੀ ਜਿੱਦਾਂ ਪਾਗਲ ਹੋ ਗਿਆ ਸੀ। ਤੁਰੰਤ ਪਲੇਟ ਫੜ ਕੇ ਅਤੇ ਉਸ ਦਾ ਸ਼ੁਕਰੀਆ ਅਦਾ ਕਰਦੇ ਹੋਏ ਕਿਹਾ, ਇਹ ਕੀ? ਟੁਕੜਾ ਚੱਕ ਕੇ ਖਾਣ ਲੱਗਾ। ਮਿਠਾਈ ਵਾਕਿਆ ਬਹੁਤ ਚੰਗੀ ਸੀ। ਉਹ ਖਾਣ ਤੋਂ ਬਾਅਦ ਜਦੋਂ ਅਸੀਂ ਆਪਣੀ ਗੱਡੀ ਵਿੱਚ ਜਾਣ ਦੇ ਲਈ ਬੈਠੇ ਤਾਂ ਗੱਡੀ ਸਟਾਰਟ ਹੀ ਨਹੀਂ ਹੋ ਰਹੀ ਸੀ। ਇੱਦਾਂ ਲੱਗ ਰਿਹਾ ਸੀ ਜਿੱਦਾਂ ਇਸ ਵਿੱਚ ਕੋਈ ਖਰਾਬੀ ਹੋ ਗਈ ਹੈ। ਅੱਧੇ ਘੰਟੇ ਤੱਕ ਮੈਂ ਕੋਸ਼ਿਸ਼ ਕਰਦਾ ਰਿਹਾ, ਪਰ ਗੱਡੀ ਸਟਾਰਟ ਹੋਣ ਦਾ ਨਾਮ ਨਹੀਂ ਲੈ ਰਹੀ ਸੀ ਅਤੇ ਮੈਨੂੰ ਕੋਈ ਖਰਾਬੀ ਵੀ ਨਹੀਂ ਮਿਲ ਰਹੀ ਸੀ। ਫਿਰ ਨਾ ਜਾਣੇ ਕੀ ਮਸਲਾ ਸੀ। ਆਖਿਰ ਪ੍ਰੀਤੀ ਦਾ ਮੂਡ ਖਰਾਬ ਹੋ ਗਿਆ। ਉਹ ਗੱਡੀ ਤੋਂ ਉਤਰੀ ਅਤੇ ਆਪਣੀ ਹਾਈ ਹੀਲ ਦੇ ਨਾਲ ਮੇਰੀ ਗੱਡੀ ਦੇ ਬੋਨਟ 'ਤੇ ਮਾਰਨ ਲੱਗੀ ਤੇ ਕਹਿਣ ਲੱਗੀ, ਇਹ ਬੇਕਾਰ ਕਬਾੜ ਜਿਹੀ ਗੱਡੀ ਆਖਿਰ ਤੁਸੀਂ ਵੇਚ ਕਿਉਂ ਨਹੀਂ ਦਿੰਦੇ। ਮੇਰਾ ਸਾਰਾ ਮੂਡ ਖਰਾਬ ਕਰ ਦਿੱਤਾ। ਕੀ ਸੋਚਿਆ ਸੀ ਤੇ ਕੀ ਹੋਇਆ। ਉਸਨੇ ਗੱਡੀ ਦੀ ਬੋਨਟ 'ਤੇ ਚੰਗਾ ਭਲਾ ਨਿਸ਼ਾਨ ਪਾ ਦਿੱਤਾ ਅਤੇ ਉਹ ਗੱਡੀ ਦੇ ਸ਼ੀਸ਼ੇ ਵਿੱਚ ਆਪਣਾ ਪਰਸ ਮਾਰ ਕੇ ਉਸ 'ਤੇ ਵੀ ਸਕ੍ਰੈਚ ਪਾਉਣ ਲੱਗੀ ਸੀ। ਇਹ ਦੇਖ ਕੇ ਮੈਨੂੰ ਗੁੱਸਾ ਆ ਗਿਆ ਸੀ। ਮੈਂ ਉੱਥੇ ਹੀ ਗਲੀ ਵਿੱਚ ਉਸ ਨੂੰ ਗੁੱਸੇ ਨਾਲ ਬੋਲਣ ਲੱਗ ਪਿਆ ਕਿ ਆਖਿਰ ਤੇਰਾ ਮਸਲਾ ਕੀ ਹੈ, ਪਾਗਲ ਕਿਉਂ ਹੋ ਜਾਂਦੀ ਹੈ। ਜੇਕਰ ਖਰਾਬ ਹੋ ਗਈ ਤਾਂ ਕੀ ਹੋ ਗਿਆ, ਮਸ਼ੀਨਰੀ ਹੈ, ਇਹਦੇ ਵਿੱਚ ਮੇਰਾ ਕੀ ਕਸੂਰ। ਅਸੀਂ ਤਾਂ ਗਲੀ ਵਿੱਚ ਹੀ ਲੜਨਾ ਸ਼ੁਰੂ ਕਰ ਚੁੱਕੇ ਸੀ। ਸਾਡੇ ਰੌਲੇ ਦੀ ਆਵਾਜ਼ ਸੁਣ ਅੰਜਲੀ ਵੀ ਦੀਵਾਰ ਤੋਂ ਝਾਕ ਕੇ ਦੇਖਣ ਲੱਗੀ, ਪਰ ਹਾਂ ਬੋਲੀ ਕੁਝ ਨਹੀਂ। ਪ੍ਰੀਤੀ ਰੌਲਾ ਪਾਉਂਦੀ ਹੋਈ ਪੈਰ ਜ਼ੋਰ ਦੀ ਮਾਰਦੀ ਘਰ ਵਾਪਸ ਆ ਚੁੱਕੀ ਸੀ ਅਤੇ ਮੈਂ ਆਪਣੀ ਗੱਡੀ ਨੂੰ ਦੇਖਦਾ ਰਹਿ ਗਿਆ ਕਿ ਆਖਿਰ ਇਸ ਨੂੰ ਕੀ ਹੋ ਗਿਆ। ਅਗਲੇ ਦਿਨ ਮਕੈਨਿਕ ਦੇ ਕੋਲ ਗਿਆ ਤਾਂ ਤੁਰੰਤ ਸਟਾਰਟ ਹੋ ਗਈ ਸੀ। ਮੈਨੂੰ ਤਾਂ ਅਜੀਬ ਜਿਹੀ ਚਿੜ ਹੋਣ ਲੱਗੀ ਸੀ। ਉਹ ਕੀ ਹੁੰਦਾ ਜਾ ਰਿਹਾ ਸੀ। ਇੱਕ ਦਿਨ ਤਾਂ ਮੈਨੂੰ ਬੌਸ ਤੋਂ ਇੱਕ ਚੰਗੀਆਂ ਭਲੀਆਂ ਝੜਕਾਂ ਪਈਆਂ। ਉਹ ਇੰਨੇ ਗੁੱਸੇ ਵਿੱਚ ਸੀ ਕਿ ਮੈਨੂੰ ਆਫਿਸ ਤੋਂ ਜਾਣ ਦੇ ਲਈ ਕਹਿ ਦਿੱਤਾ। ਕਹਿਣ ਲੱਗੇ ਕਿ ਆਖਰੀ ਵਾਰਨਿੰਗ ਹੈ,
ਜੇਕਰ ਤੇਰਾ ਕੰਮ ਇਸੇ ਤਰ੍ਹਾਂ ਚੱਲਦਾ ਰਹਾ ਤਾਂ ਮੈਂ ਤੈਨੂੰ ਜੌਬ ਤੋਂ ਕੱਢ ਦੇਵਾਂਗਾ। ਉਸੇ ਪਰੇਸ਼ਾਨੀ ਵਿੱਚ ਮੈਂ ਡਿਪਰੈਸ਼ਨ ਦਾ ਸ਼ਿਕਾਰ ਹੁੰਦਾ ਘਰ ਵਿੱਚ ਦਾਖਲ ਹੋਇਆ ਤਾਂ ਸੁਸਾਇਟੀ ਦੀਆਂ ਔਰਤਾਂ ਮੇਰੇ ਘਰ ਵਿੱਚ ਬੈਠੀਆਂ ਹੋਈਆਂ ਸੀ। ਮੇਰੀ ਪਤਨੀ ਉਹਨਾਂ ਨੂੰ ਮਹਿੰਗੇ ਮਹਿੰਗੇ ਗਿਫਟ ਦਿਖਾ ਰਹੀ ਸੀ ਜੋ ਕੁਝ ਹੀ ਦਿਨ ਪਹਿਲਾਂ ਉਸ ਦੇ ਪੇਕਿਆਂ ਵੱਲੋਂ ਆਏ ਸੀ। ਸਾਰੀਆਂ ਔਰਤਾਂ ਉਸ ਦਾ ਸਮਾਨ ਅਤੇ ਚੀਜ਼ਾਂ ਦੇਖ ਕੇ ਜਲਨ ਮਹਿਸੂਸ ਕਰ ਰਹੀਆਂ ਸੀ। ਮੈਨੂੰ ਪ੍ਰੀਤੀ ਦੀ ਇਹ ਆਦਤ ਬਹੁਤ ਬੁਰੀ ਲੱਗਦੀ ਸੀ ਕਿ ਦੂਸਰਿਆਂ ਦੇ ਸਾਹਮਣੇ ਆਪਣਾ ਆਪ ਵਧਾ ਚੜ੍ਹਾ ਕੇ ਦਿਖਾਉਣਾ। ਜੇ ਉਸ ਪ੍ਰਮਾਤਮਾ ਨੇ ਦਿੱਤਾ ਹੈ ਤਾਂ ਸ਼ੁਕਰਾਨਾ ਕਰਨਾ ਚਾਹੀਦਾ, ਨਾ ਕਿ ਦੂਸਰਿਆਂ ਨੂੰ ਦਿਖਾ ਕੇ ਉਹਨਾਂ ਨੂੰ ਸਾੜਨਾ ਚਾਹੀਦਾ। ਜਿੱਦਾਂ ਹੀ ਉਹ ਔਰਤਾਂ ਗਈਆਂ ਮੈਂ ਫਿਰ ਤੋਂ ਪ੍ਰੀਤੀ ਨਾਲ ਬਹਿਸ ਕਰਨ ਲੱਗ ਪਿਆ। ਇੱਕ ਤਾਂ ਉੱਦਾਂ ਵੀ ਬੌਸ ਦੀ ਵਜ੍ਹਾ ਨਾਲ ਪਰੇਸ਼ਾਨ ਸੀ, ਉੱਪਰੋਂ ਪ੍ਰੀਤੀ ਦੀ ਆਦਤ ਮੈਨੂੰ ਹੋਰ ਗੁੱਸਾ ਚੜ੍ਹਾ ਚੁੱਕੀ ਸੀ। ਮੈਂ ਕਹਿਣ ਲੱਗਾ, ਕਿਉਂ ਤੂੰ ਦੂਸਰਿਆਂ ਦੇ ਸਾਹਮਣੇ ਆਪਣੇ ਸਮਾਨ ਅਤੇ ਚੀਜ਼ਾਂ ਦੀ ਨੁਮਾਇਸ਼ ਕਰਦੀ ਹੈ? ਇਹ ਬੁਰੀ ਆਦਤ ਹੁੰਦੀ ਹੈ। ਪਰ ਇੱਕ ਵਾਰ ਫਿਰ ਹਮੇਸ਼ਾ ਦੀ ਤਰ੍ਹਾਂ ਮੇਰੀ ਪਤਨੀ ਮੇਰੇ ਉੱਪਰ ਬਰਸ ਪਈ। ਇੰਨੀ ਦੇਰ ਲੜਾਈ ਹੁੰਦੀ ਰਹੀ ਤੇ ਲੜਦੇ ਲੜਦੇ ਅਸੀਂ ਇਹ ਵੀ ਭੁੱਲ ਗਏ ਕਿ ਅੰਜਲੀ ਸਾਡੀ ਗੈਲਰੀ ਵਿੱਚ ਖੜੀ ਮੁਸਕਰਾ ਰਹੀ ਸੀ। ਜਿੱਦਾਂ ਹੀ ਮੇਰੀ ਨਜ਼ਰ ਅੰਜਲੀ 'ਤੇ ਪਈ ਤੇ ਮੈਂ ਤੁਰੰਤ ਚੁੱਪ ਹੋ ਗਿਆ। ਇੱਕ ਵਾਰ ਉਸ ਦੇ ਹੱਥ ਵਿੱਚ ਬਰਫੀ ਸੀ ਅਤੇ ਪਹਿਲੀ ਵਾਰ ਗੁੱਸੇ ਵਿੱਚ ਮੇਰਾ ਦਿਮਾਗ ਚੱਲ ਗਿਆ ਕਿ ਇੰਨੀ ਗਰੀਬ ਹਰ ਵਕਤ ਪੈਸਿਆਂ ਦੇ ਲਈ ਰੋਂਦੀ ਰਹਿੰਦੀ, ਭਲਾ ਰੋਜ਼-ਰੋਜ਼ ਇੰਨੀ ਮਹਿੰਗੀ ਮਿਠਾਈ ਕਿੱਥੋਂ ਲੈ ਕੇ ਆਉਂਦੀ ਸੀ? ਆਖਿਰ ਕਿਸੇ ਦੇ ਕੋਲ ਇੰਨੇ ਪੈਸੇ ਕਿੱਥੋਂ ਆਉਂਦੇ ਨੇ ਜੋ ਰੋਜ਼ ਖੋਏ ਵਾਲੀ ਬਰਫੀ ਲਿਆਉਂਦੀ ਹੈ ਅਤੇ ਫਿਰ ਸਾਨੂੰ ਵੀ ਦੇਣ ਆਉਂਦੀ ਹੈ। ਉਸਨੇ ਪਲੇਟ ਉੱਥੇ ਰੱਖ ਦਿੱਤੀ ਅਤੇ ਚੁੱਪ ਕਰਕੇ ਉੱਥੋਂ ਚਲੀ ਗਈ। ਉਹ ਜਾਣਦੀ ਸੀ ਕਿ ਸਾਡੇ ਵਿੱਚ ਲੜਾਈ ਹੋ ਰਹੀ ਹੈ, ਹਾਂ, ਪਰ ਜਾਂਦੇ ਜਾਂਦੇ ਉਸਨੇ ਪਲਟ ਕੇ ਮੈਨੂੰ ਇੱਕ ਵਾਰ ਜ਼ਰੂਰ ਦੇਖਿਆ ਸੀ। ਉਸ ਦੀਆਂ ਅੱਖਾਂ 'ਚ ਕੁਝ ਸੀ ਜਿਸ ਨੇ ਇੱਕ ਪਲ ਦੇ ਲਈ ਮੈਨੂੰ ਕੁਝ ਸੋਚਣ ਦੇ ਲਈ ਮਜਬੂਰ ਕਰ ਦਿੱਤਾ ਸੀ। ਮੇਰਾ ਦਿਮਾਗ ਹੁਣ ਗੁੱਸੇ ਵਿੱਚ ਕੰਮ ਕਰਨ ਲੱਗਾ। ਜਦੋਂ ਉਹ ਸਾਨੂੰ ਬਰਫੀ ਦੇਣ ਦੇ ਲਈ ਆ ਰਹੀ ਸੀ, ਸਾਡੇ ਘਰ ਤਾਂ ਜਿੱਦਾਂ ਸਕੂਨ ਖਤਮ ਹੋ ਕੇ ਰਹਿ ਗਿਆ ਸੀ। ਇੱਕ ਤਾਂ ਉਹ ਇੰਨੀ ਗਰੀਬ ਸੀ, ਜਾਂ ਤਾਂ ਫਿਰ ਉਹ ਝੂਠ ਬੋਲ ਰਹੀ ਸੀ, ਕਿਉਂਕਿ ਅਕਸਰ ਮੈਂ ਖੁਦ ਉਸ ਦੇ ਘਰ ਦੇ ਰੌਲੇ ਰੱਪੇ, ਲੜਾਈ ਝਗੜੇ ਦੀਆਂ ਆਵਾਜ਼ਾਂ ਸੁਣੀਆਂ ਸੀ। ਉਹ ਅਕਸਰ ਆਪਣੇ ਪਤੀ ਨਾਲ ਇਸ ਗੱਲ 'ਤੇ ਲੜਦੀ ਸੀ ਕਿ ਮੈਨੂੰ ਉਹ ਚੀਜ਼ ਨਹੀਂ ਚਾਹੀਦੀ, ਮੈਨੂੰ ਕੱਲ੍ਹ ਉਹ ਚੀਜ਼ ਲਿਆ ਕੇ ਦੇ, ਜਦ ਕਿ ਉਸ ਦਾ ਪਤੀ ਕਈ ਵਾਰ ਡੰਡਾ ਚੱਕ ਕੇ ਉਸ ਨੂੰ ਕੁੱਟਣਾ ਵੀ ਸ਼ੁਰੂ ਕਰ ਦਿੰਦਾ ਸੀ ਅਤੇ ਇਹੀ ਕਹਿੰਦਾ ਸੀ ਕਿ 5 ਉਂਗਲੀਆਂ ਬਰਾਬਰ ਨਹੀਂ ਹੁੰਦੀਆਂ, ਜੋ ਤੇਰੇ ਕੋਲ ਹੈ ਉਸੇ ਦਾ ਸ਼ੁਕਰ ਅਦਾ ਕਰ। ਮੇਰਾ ਦਿਮਾਗ ਘੁੰਮ ਚੁੱਕਿਆ ਸੀ। ਉਹ ਬਰਫੀ ਜਦੋਂ ਮੇਰੀ ਪਤਨੀ ਖਾਣ ਲੱਗੀ ਤਾਂ ਮੈਂ ਤੁਰੰਤ ਉਸ ਦੇ ਹੱਥ ਰੋਕ ਦਿੱਤਾ। ਮੈਂ ਕਿਹਾ ਕਿ ਹਰਗਿਜ਼ ਨਹੀਂ, ਅੱਜ ਤੱਕ ਅਸੀਂ ਆਪਸ ਵਿੱਚ ਇੰਨਾ ਨਹੀਂ ਲੜੇ ਜਿੰਨਾ ਕੁਝ ਦਿਨਾਂ ਤੋਂ ਲੜ ਰਹੇ ਹਾਂ। ਜਦੋਂ ਸਾਡੇ ਘਰ ਇਹ ਮਠਿਆਈ ਆ ਰਹੀ ਹੈ, ਉਦੋਂ ਤੋਂ ਹੀ ਸਾਡੀਆਂ ਲੜਾਈਆਂ ਜ਼ਿਆਦਾ ਵੱਧ ਚੁੱਕੀਆਂ ਹਨ ਅਤੇ ਅੰਜਲੀ ਇਸ ਵਿੱਚ ਕੁਝ ਮਿਲਾਉਂਦੀ ਤਾਂ ਨਹੀਂ। ਇਹ ਸੁਣ ਕੇ ਤਾਂ ਪ੍ਰੀਤੀ ਵੀ ਇੱਕ ਪਲ ਲਈ ਮੇਰੇ ਚਿਹਰੇ ਵੱਲ ਦੇਖਣ ਲੱਗੀ, ਫਿਰ ਤੁਰੰਤ ਬੋਲੀ, ਨਹੀਂ, ਇੱਦਾਂ ਬਿਲਕੁਲ ਨਹੀਂ ਹੋ ਸਕਦਾ। ਉਹ ਭਲਾ ਇੱਦਾਂ ਕਿਉਂ ਕਰੂਗੀ? ਉਹ ਤਾਂ ਮੇਰੇ ਘਰ ਮੇਰੀ ਹੀ ਹਰ ਚੀਜ਼ ਦੀਆਂ ਬੜੀਆਂ ਤਾਰੀਫਾਂ ਕਰਦੀ ਹੈ। ਫਿਰ ਤੇਰੀ ਵੀ ਤਾਂ ਤਾਰੀਫਾਂ 'ਚ ਜ਼ਮੀਨ ਅਸਮਾਨ ਇੱਕ ਕਰ ਦਿੰਦੀ ਹੈ। ਅੱਲਾਹ ਇੱਦਾਂ ਕਿਉਂ ਕਰੇਗੀ? ਮੈਂ ਪ੍ਰੀਤੀ ਦੀ ਬੇਵਕੂਫੀ 'ਤੇ ਸਿਰ ਫੜ ਲਿਆ। ਮੈਂ ਉਹ ਮਠਿਆਈ ਨਹੀਂ ਖਾਧੀ, ਬਲਕਿ ਕੂੜੇ ਵਿੱਚ ਸੁੱਟ ਦਿੱਤੀ। ਇੱਦਾਂ ਲੱਗ ਰਿਹਾ ਸੀ ਜੋ ਸਕੂਨ ਮੇਰੀ ਜ਼ਿੰਦਗੀ ਵਿੱਚ ਖਤਮ ਹੋ ਚੁੱਕਿਆ ਸੀ, ਉਹ ਵਾਪਸ ਆ ਗਿਆ। ਮੈਂ ਸਕੂਨ ਵਿੱਚ ਆ ਗਿਆ ਸੀ, ਪਰ ਹੌਲੀ ਹੌਲੀ ਸਭ ਕੁਝ ਬਦਲਣ ਲੱਗਾ। ਮੇਰੀ ਨੌਕਰੀ ਛੁੱਟ ਗਈ ਅਤੇ ਆਪਣੀ ਪਤਨੀ ਦੇ ਖਰਚੇ ਪੂਰੇ ਕਰਨ ਦੇ ਲਈ ਮੈਂ ਪਾਈ ਦਾ ਮੁਹਤਾਜ ਹੋਣ ਲੱਗ ਪਿਆ, ਕਿਉਂਕਿ ਉਸ ਦੇ ਅਤੇ ਮੇਰੇ ਖਰਚੇ ਵੱਧ ਚੁੱਕੇ ਸੀ ਅਤੇ ਹੱਥ ਵਿੱਚ ਪੈਸੇ ਬਿਲਕੁਲ ਵੀ ਨਹੀਂ ਸੀ। ਮੇਰੀ ਪਤਨੀ ਤਾਂ ਜਿੱਦਾਂ ਹਾਈ ਬਲੱਡ ਪ੍ਰੈਸ਼ਰ ਦੀ ਮਰੀਜ਼ ਹੁੰਦੀ ਜਾ ਰਹੀ ਸੀ, ਕਿਉਂਕਿ ਇੰਨੀ ਤੰਗੀ ਦੀ ਆਦਤ ਉਸ ਨੂੰ ਨਹੀਂ ਸੀ। ਕਹਿਣ ਲੱਗੀ ਕਿ ਉਹ ਕੀ ਵਕਤ ਸੀ ਜੋ ਸਾਡੇ ਹੱਥ ਵਿੱਚ ਪੈਸਿਆਂ ਦੀ ਰੇਲ ਫੇਲ ਸੀ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ। ਹੁਣ ਤਾਂ ਉਲਟਾ ਮਹੱਲੇ ਵਾਲੀਆਂ ਮੈਨੂੰ ਆਪਣੀਆਂ ਚੀਜ਼ਾਂ ਦਿਖਾ ਕੇ ਤਰਸਾਉਂਦੀਆਂ ਹਨ। ਇਹ ਸੁਣ ਕੇ ਮੈਂ ਇੱਕ ਤਿੱਖੀ ਨਜ਼ਰ ਪ੍ਰੀਤੀ 'ਤੇ ਮਾਰੀ। ਮੈਂ ਕਹਿਣ ਲੱਗਾ ਕਿ ਦੇਖ ਲਿਆ, ਲੱਗ ਗਈ ਨਾ ਨਜ਼ਰ, ਇਹ ਸਭ ਕੁਝ ਤੇਰੇ ਇਸ ਦਿਖਾਵੇ ਦੇ ਨਾਲ ਹੀ ਹੋਇਆ ਹੈ ਅਤੇ ਦੂਸਰਾ ਸਾਨੂੰ ਦੋਨਾਂ ਨੂੰ ਇਹਨਾਂ ਲੋਕਾਂ ਦੀ ਜਲਣ ਵਾਲੀ ਨਜ਼ਰ ਖਾ ਚੁੱਕੀ ਹੈ। ਤੂੰ ਇਹਨਾਂ ਸਾਰੀਆਂ ਦੀਆਂ ਨਜ਼ਰਾਂ ਵਿੱਚ ਆ ਚੁੱਕੀ ਹੈ। ਉਸ ਦੀ ਵਜ੍ਹਾ ਨਾਲ ਹੀ ਸਾਡੇ ਨਾਲ ਇਹ ਸਭ ਕੁਝ ਹੋ ਰਿਹਾ ਹੈ। ਅਸੀਂ ਦੋਨੋਂ ਗੱਲਾਂ ਹੀ ਕਰ ਰਹੇ ਸੀ ਕਿ ਸਾਡੀ ਗੁਆਂਢਣ ਅੰਜਲੀ ਦੀਆਂ ਚੀਕਾਂ ਦੀਆਂ ਆਵਾਜ਼ਾਂ ਇੱਥੋਂ ਤੱਕ ਆਉਣ ਲੱਗੀਆਂ। ਉਹ ਚੀਕ ਕੇ ਆਪਣੇ ਪਤੀ ਨੂੰ ਬੁਲਾ ਰਹੀ ਸੀ। ਨਾ ਜਾਣੇ ਉਸ 'ਤੇ ਕੀ ਕਿਆਮਤ ਟੁੱਟ ਗਈ ਸੀ। ਪਹਿਲੇ ਤਾਂ ਅਸੀਂ ਜਾਣਾ ਠੀਕ ਨਾ ਸਮਝਿਆ, ਪਰ ਜਦੋਂ ਉਸ ਦੇ ਪਤੀ ਦੀ ਉਸ ਨੂੰ ਮਾਰਨ ਦੀਆਂ ਅਤੇ ਝਗੜੇ ਦੀਆਂ ਆਵਾਜ਼ਾਂ ਆਉਣ ਲੱਗੀਆਂ, ਮੈਂ ਤੇ ਮੇਰੀ ਪਤਨੀ ਦੀਵਾਰ ਤੋਂ ਝਾਕ ਕੇ ਦੇਖਣ ਲੱਗੇ ਕਿ ਕਿਸੇ ਮਦਦ ਦੀ ਹੀ ਲੋੜ ਨਾ ਹੋਵੇ। ਪਰ ਜੋ ਗੱਲ ਸਾਨੂੰ ਸੁਣਾਈ ਦਿੱਤੀ, ਉਹ ਸੁਣ ਕੇ ਤਾਂ ਅਸੀਂ ਦੋਨੇ ਹੀ ਹੈਰਾਨ ਹੋ ਗਏ।
ਉਸਦਾ ਪਤੀ ਅੰਜਲੀ ਨੂੰ ਬੁਰੀ ਤਰ੍ਹਾਂ ਨਾਲ ਮਾਰ ਰਿਹਾ ਸੀ। ਪ੍ਰੀਤੀ ਕਹਿਣ ਲੱਗੀ ਕਿ ਮੈਂ ਹੁਣੇ ਜਾ ਕੇ ਗੱਲ ਕਰਦੀ ਹਾਂ, ਭਲਾ ਉਹ ਕਿੱਦਾਂ ਆਪਣੀ ਪਤਨੀ 'ਤੇ ਜ਼ੁਲਮ ਕਰ ਸਕਦਾ ਹੈ। ਪਰ ਉਸੇ ਆਂਗਣ ਵਿੱਚ ਮੰਜੇ 'ਤੇ ਅੰਜਲੀ 7 ਸਾਲ ਦੀ ਬੱਚੀ ਨੂੰ ਤੜਪਾ ਰਹੀ ਸੀ। ਉਸ ਦੀਆਂ ਅੱਖਾਂ ਪਲਟ ਚੁੱਕੀਆਂ ਸੀ ਅਤੇ ਇੱਦਾਂ ਤੜਪ ਰਹੀ ਸੀ ਜਿੱਦਾਂ ਉਸ ਨੂੰ ਬਿਜਲੀ ਦੇ ਝਟਕੇ ਲੱਗੇ ਹੋਣ। ਉਦੋਂ ਅੰਜਲੀ ਦਾ ਪਤੀ ਬੋਲਿਆ, ਸਭ ਤੇਰੀ ਵਜ੍ਹਾ ਦੇ ਨਾਲ ਹੋਇਆ ਹੈ। ਜੇਕਰ ਤੂੰ ਦੂਸਰਿਆਂ ਦੇ ਘਰ ਖਰਾਬ ਨਾ ਕਰਦੀ ਤਾਂ ਅੱਜ ਸਾਡੀ ਬੇਟੀ ਦਾ ਇਹ ਹਾਲ ਨਾ ਹੁੰਦਾ। ਤੇਰੀ ਵਰਗੀ ਔਰਤ ਨੂੰ ਤਾਂ ਜਿੰਨਾ ਮਾਰਿਆ ਜਾਵੇ ਓਨਾ ਘੱਟ ਹੈ। ਤੂੰ ਦੂਸਰਿਆਂ ਲਈ ਖੱਡਾ ਪੱਟਿਆ ਸੀ, ਅੱਜ ਤੇਰੀ ਆਪਣੀ ਹੀ ਬੇਟੀ ਉਸ ਹਾਲ ਵਿੱਚ ਪਹੁੰਚ ਚੁੱਕੀ ਹੈ। ਹੋਰ ਖਵਾ ਉਹ ਕਾਲੇ ਇਲਮ ਵਾਲੀ ਬਰਫੀ ਗੁਆਂਢੀਆਂ ਨੂੰ, ਤੂੰ ਉਹਨਾਂ ਨੂੰ ਨਜ਼ਰ ਲਗਾਉਣ ਚੱਲੀ ਸੀ। ਤੇਰੀ ਆਪਣੀ ਹੀ ਬੇਟੀ ਉਹ ਮਠਿਆਈ ਖਾ ਕੇ ਤੈਨੂੰ ਦਿਨੇ ਤਾਰੇ ਦਿਖਾਉਣ ਲੱਗੀ। ਦੇਰ ਹੋ ਰਹੀ ਸੀ, ਕਹਿਣ ਲੱਗੀ ਜਿੰਨਾ ਮਾਰਨਾ ਹੈ ਮਾਰ ਲਓ, ਪਰ ਮੇਰੀ ਬੱਚੀ ਨੂੰ ਤੁਰੰਤ ਡਾਕਟਰ ਦੇ ਕੋਲ ਲੈ ਕੇ ਜਾਓ। ਉਸ ਦਾ ਪਤੀ ਡਾਕਟਰ ਦੇ ਕੋਲ ਗਿਆ, ਪਰ ਉਸ ਨੂੰ ਕੀ ਬਿਮਾਰੀ ਸੀ ਪਤਾ ਨਹੀਂ ਲੱਗ ਰਿਹਾ ਸੀ। 3-4 ਦਿਨਾਂ ਬਾਅਦ ਉਸ ਦੀ ਬੇਟੀ ਇੱਦਾਂ ਹੀ ਤੜਪ ਤੜਪ ਕੇ ਮਰ ਗਈ। ਅੰਜਲੀ ਤਾਂ ਰੋਂਦੇ ਰੋਂਦੇ ਸਾਡੇ ਘਰ ਦੇ ਦਰਵਾਜ਼ੇ 'ਤੇ ਆ ਕੇ ਡਿੱਗ ਗਈ, ਹੱਥ ਜੋੜ ਕੇ ਮਾਫੀ ਮੰਗਣ ਲੱਗੀ। ਜੋ ਰਾਜ਼ ਉਸਨੇ ਖੋਲ੍ਹਿਆ, ਮੈਂ ਅਤੇ ਪ੍ਰੀਤੀ ਹੈਰਾਨ ਰਹਿ ਗਏ। ਕਹਿਣ ਲੱਗੀ ਕਿ ਮੈਂ ਤੇਰੇ ਤੋਂ ਸੜਦੀ ਸੀ। ਮੈਂ ਚਾਹੁੰਦੀ ਸੀ ਕਿ ਜੋ ਕੁਝ ਤੇਰੇ ਕੋਲ ਹੈ ਇਹ ਸਭ ਕੁਝ ਮੇਰੇ ਕੋਲ ਹੋਵੇ। ਇੱਕ ਇੱਕ ਚੀਜ਼ ਦੀ ਮਾਲਕ ਮੈਂ ਬਣ ਜਾਵਾਂ, ਇੱਥੋਂ ਤੱਕ ਕਿ ਤੇਰਾ ਪਤੀ ਵੀ ਮੇਰਾ ਪਤੀ ਬਣ ਜਾਵੇ। ਇਸ ਲਈ ਮੈਂ ਆਪਣੀ ਜਮ੍ਹਾਂ ਪੂੰਜੀ ਲਗਾ ਕੇ ਇੱਕ ਪੀਰ ਬਾਬਾ ਦੇ ਕੋਲ ਮਠਾਈ ਤੇ ਕਾਲਾ ਜਾਦੂ ਕਰਵਾਉਣ ਗਈ ਅਤੇ ਤੁਹਾਨੂੰ ਖਿਲਾਉਂਦੀ। ਤੁਹਾਡੇ ਘਰ ਤੋਂ ਲੜਾਈ ਝਗੜੇ ਦੀਆਂ ਆਵਾਜ਼ਾਂ ਮੈਨੂੰ ਬੜਾ ਹੀ ਸਕੂਨ ਦਿੰਦੀਆਂ। ਪਰ ਇੱਕ ਦਿਨ ਜਦੋਂ ਮੈਂ ਮਠਾਈ ਤੇ ਕਾਲਾ ਇਲਮ ਕਰਵਾ ਕੇ ਲਿਆਈ ਤਾਂ ਕਿ ਤੁਹਾਡਾ ਇੱਦਾਂ ਦਾ ਝਗੜਾ ਹੋ ਜਾਵੇ ਕਿ ਤੇਰਾ ਪਤੀ ਤੈਨੂੰ ਤਲਾਕ ਦੇ ਦੇਵੇ। ਉਸੇ ਦਿਨ ਉਹ ਮਠਾਈ ਮੇਰੀ ਛੋਟੀ ਬੱਚੀ ਨੇ ਖਾ ਲਈ। ਫਿਰ ਅਸਰ ਉਲਟਾ ਹੋ ਗਿਆ ਅਤੇ ਹੁਣ ਉਹ ਮੌਤ ਦੇ ਘਾਟ ਉਤਰ ਚੁੱਕੀ ਹੈ। ਇਹ ਸੁਣ ਕੇ ਤਾਂ ਜਿੱਦਾਂ ਮੇਰੀ ਬੋਲਤੀ ਹੀ ਬੰਦ ਹੋ ਗਈ ਸੀ। ਉਸ ਦਾ ਪਤੀ ਵੀ ਸਿਰ ਝੁਕਾਏ ਦੂਰ ਹੀ ਖੜਾ ਸੀ। ਉਹ ਸਾਡੇ ਤੋਂ ਮਾਫੀ ਮੰਗਣ ਲੱਗਾ। ਪ੍ਰੀਤੀ ਤਾਂ ਕੰਨਾਂ ਨੂੰ ਹੱਥ ਲਗਾ ਚੁੱਕੀ ਸੀ। ਉਹ ਇੰਨਾ ਡਰ ਗਈ ਸੀ ਕਿ ਕਹਿਣ ਲੱਗੀ ਕਿ ਮੈਂ ਇੱਥੇ ਨਹੀਂ ਰਹਿਣਾ, ਮੈਨੂੰ ਵਾਪਸ ਉਸੇ ਮਹੱਲੇ ਵਿੱਚ ਲੈ ਜਾਓ। ਇਹ ਲੋਕ ਬਹੁਤ ਖਤਰਨਾਕ ਹਨ। ਉਸ ਮਹੱਲੇ ਦੇ ਲੋਕ ਸਾਦੀ ਅਤੇ ਮਿਲਣਸਾਰ ਲੋਕ ਸਨ, ਜੋ ਵੀ ਕਹਿੰਦੇ ਨੇ ਭਲਾਈ ਦੇ ਲਈ ਕਹਿੰਦੇ ਨੇ। ਅੱਜ ਤੱਕ ਇੱਦਾਂ ਦੀ ਸਾਜ਼ਿਸ਼ ਕਰਨ ਵਾਲੀਆਂ ਗੁਆਂਢਣਾਂ ਮੈਂ ਨਹੀਂ ਦੇਖੀਆਂ। ਪ੍ਰੀਤੀ ਵੀ ਪਛਤਾ ਰਹੀ ਸੀ। ਕੁਝ ਹੀ ਦਿਨਾਂ ਬਾਅਦ ਅਸੀਂ ਵਾਪਸ ਆਪਣੇ ਪੁਰਾਣੇ ਮਹੱਲੇ ਵਿੱਚ ਸ਼ਿਫਟ ਹੋ ਗਏ। ਮਾਂ ਬਾਪ ਦੇ ਨਾਲ ਰਹਿਣ ਲੱਗੇ। ਗੁਆਂਢ ਵਾਲਿਆਂ ਨੇ ਜਦੋਂ ਪ੍ਰੀਤੀ ਨੂੰ ਵਾਪਸ ਦੇਖਿਆ ਤਾਂ ਉਸ ਦੀਆਂ ਖੂਬ ਤਾਰੀਫਾਂ ਕੀਤੀਆਂ ਕਿ ਚੰਗਾ ਫੈਸਲਾ ਕੀਤਾ। ਪ੍ਰੀਤੀ ਨੂੰ ਵੀ ਹੌਲੀ ਹੌਲੀ ਇਸ ਮਹੱਲੇ ਦੀ ਆਦੀ ਹੋ ਗਈ ਅਤੇ ਸਾਡੀ ਜ਼ਿੰਦਗੀ ਵਿੱਚ ਸਕੂਨ ਵਾਪਸ ਆ ਗਿਆ ਸੀ। ਸੱਚ ਹੀ ਕਿਹਾ ਸੀ ਕਿਸੇ ਨੇ ਕਿ ਨਜ਼ਰ ਇਨਸਾਨ ਦੀਆਂ ਖੁਸ਼ੀਆਂ ਖਾ ਲੈਂਦੀ ਹੈ। ਖੈਰ, ਕੁਝ ਵਕਤ ਬਾਅਦ ਮੇਰੀ ਨੌਕਰੀ ਵੀ ਲੱਗ ਗਈ ਅਤੇ ਹੌਲੀ ਹੌਲੀ ਮੈਂ ਵਾਪਸ ਆਪਣੇ ਹਾਲਾਤ ਵਿੱਚ ਆ ਗਿਆ। ਹੁਣ ਅਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹਾਂ। ਦੋਸਤੋ, ਇਹ ਸੀ ਅੱਜ ਦੀ ਕਹਾਣੀ। ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਰੂਹਾਨੀ ਸੋਚ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਜ਼ਰੂਰ ਲਾਈਕ ਤੇ ਸ਼ੇਅਰ ਕਰਨਾ ਤੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਨਾ। ਧੰਨਵਾਦ।